शास्त्र बाइबल विच पढ़न विच मदद करिए। मरकुस दी अंजील चैप्टर 11 पहले आप 11 आयत तो पढ़ांगे। 11 आयत। ਉਹ ਯਰੂਸ਼ਲਮ ਪਹੁੰਚ ਕੇ ਹੈਕਲ ਵਿੱਚ ਗਿਆ। ਜਦ ਉਸਨੇ ਚਾਰ ਚੁਫੇਰੇ ਸਭ ਕਾਸੇ ਉੱਤੇ ਨਿਗਾਹ ਮਾਰ ਲਈ ਤਦ ਉਹਨਾਂ 12 ਦੇ ਨਾਲ ਨਿਕਲ ਕੇ ਬੈਤਨੀਆ ਨੂੰ ਗਿਆ, ਕਿਉਂ ਜੋ ਸਾਂਝ ਹੋ ਗਈ ਸੀ। ਅਗਲੇ ਦਿਨ ਜਾਂ ਉਹ ਬੈਤਨੀਆ ਤੋਂ ਬਾਹਰ ਆਏ ਤਾਂ ਉਸਨੂੰ ਭੁੱਖ ਲੱਗੀ। ਦੂਰੋਂ ਪੱਤਿਆਂ ਵਾਲਾ ਹੰਜੀਰ ਦਾ ਇੱਕ ਬਿਰਛ ਵੇਖ ਕੇ ਉਹਦੇ ਕੋਲ ਗਿਆ, ਜੋ ਕਿ ਜਾਣੀਏ ਉਸ ਤੋਂ ਕੁਝ ਲੱਭੇ। ਪਰ ਜਾਂ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਬਿਨਾਂ ਹੋਰ ਕੁਝ ਨਾ ਪਾਇਆ, ਕਿਉਂਕਿ ਹੰਜੀਰ ਦਾ ਰੁੱਤ ਨਾ ਸੀ। ਤਦ ਉਹਨੇ ਅੱਗੋਂ ਉਸਨੂੰ ਆਖਿਆ, ਕੋਈ ਤੇਰਾ ਫਲ ਫੇਰ ਕਦੇ ਨਾ ਖਾਵੇ। ਤਦ ਉਹਦੇ ਚੇਲਿਆਂ ਨੇ ਇਹ ਸੁਣਿਆ। ਨਾਲ ਹੀ ਉਹਦੇ ਚੈਪਟਰ ਦੇ ਪੜ੍ਹਦੇ ਹੋ, ਮਾਰਕਸ ਦੀ ਅੰਜੀਲ ਚੈਪਟਰ 11 ਤੇ ਉਹਦੀ 20 ਨੂੰ ਪੜ੍ਹਦੇ ਹੋ। ਸਵੇਰ ਨੂੰ ਜਾਂ ਉਹ ਉਧਰ ਦੀ ਲੰਘੇ ਤਾਂ ਡਿੱਠਾ ਜੋ ਉਹ ਹੰਜੀਰ ਦਾ ਬਿਰਛ ਜੜੋਂ ਸੁੱਕ ਗਿਆ ਹੈ। ਤਦ ਪਤਰਸ ਨੇ ਚੇਤੇ ਕਰਕੇ ਉਹਨੂੰ ਆਖਿਆ, ਸਵਾਮੀ ਜੀ ਵੇਖ, ਇਹ ਹੰਜੀਰ ਦਾ ਬਿਰਛ ਜਿਹਨੂੰ ਤੈਂ ਸ਼ਰਾਪ ਦਿੱਤਾ ਸੀ ਸੁੱਕ ਗਿਆ ਹੈ। ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਪਰਮੇਸ਼ਰ ਉੱਤੇ ਨਿਸ਼ਚਾ ਰੱਖੋ। प्रेज द लॉर्ड। परमेश्वर के कलाम ते पढ़े जाने, सुने जाने ते आशीष ते बरकत होवे। ਅਸੀਂ ਪਵਿੱਤਰ ਸ਼ਾਸਤਰ ਦੇ ਵਿੱਚ ਬਾਈਬਲ 'ਚ ਕੀ ਪੜਿਆ ਕਿ ਯੀਸ਼ੂ ਮਸੀਹ ਬੈਤਨੀਆ ਦੇ ਵਿੱਚ ਜਦੋਂ ਆਏ ਤਾਂ ਉਹਨਾਂ ਨੂੰ ਭੁੱਖ ਲੱਗੀ। ਪਰ ਅਸੀਂ ਪਵਿੱਤਰ ਸ਼ਾਸਤਰ ਦੇ ਵਿੱਚ ਦੇਖਦੇ ਆ ਕਿ ਬੈਤਨੀਆ ਸ਼ਹਿਰ ਜਿਹੜਾ ਆ ਉਸ ਵਿੱਚ ਲਾਜ਼ਰ ਰਹਿੰਦਾ ਆ, ਮਾਰਥਾ ਰਹਿੰਦੀ, ਮਰੀਅਮ ਰਹਿੰਦੀ ਆ, ਜੋ ਕਿ ਯੀਸ਼ੂ ਮਸੀਹ ਜਦੋਂ ਵੀ ਬੈਤਨੀਆ ਸ਼ਹਿਰ ਦੇ ਵਿੱਚ, ਬੈਤਨੀਆ ਨਗਰ ਦੇ ਵਿੱਚ ਆਉਂਦੇ ਸੀ ਤਾਂ ਕੀ ਹੁੰਦਾ ਸੀ ਕਿ ਯੀਸ਼ੂ ਮਸੀਹ ਉਸ ਜਗ੍ਹਾ ਤੇ ਮਾਰਥਾ, ਮਰੀਅਮ ਤੇ ਲਾਜ਼ਰ ਦੇ ਕੋਲ all the time ਹਮੇਸ਼ਾ ਉਹਨਾਂ ਨੂੰ ਮਿਲੇ ਤੋਂ ਬਗੈਰ ਨਹੀਂ ਸੀ ਜਾਂਦੇ। ਪਰ ਹੁਣ ਅਸੀਂ ਵਚਨ ਪੜਿਆ ਕਿ ਬੈਤਨੀਆ ਦੇ ਵਿੱਚੋਂ ਜਦੋਂ ਸ਼ਹਿਰ ਤੋਂ ਆਏ ਤਾਂ ਕੀ ਬਾਹਰ ਆਂਦੇ ਆ ਤਾਂ ਯੀਸ਼ੂ ਮਸੀਹ ਨੂੰ ਭੁੱਖ ਲੱਗਦੀ ਆ। ਇਹ ਕਿਸ ਤਰ੍ਹਾਂ ਹੋ ਸਕਦਾ? ਵਚਨ ਦੱਸਦਾ ਆ ਕਿ ਜਦੋਂ ਵੀ ਬੈਤਨੀਆ ਦੇ ਵਿੱਚ ਯੀਸ਼ੂ ਆਂਦੇ ਆ ਤਾਂ ਮਾਰਥਾ, ਮਰੀਅਮ ਤੇ ਲਾਜ਼ਰ ਦੇ ਘਰ ਤੋਂ ਬਗੈਰ, ਉਹ ਮਿਲੇ ਤੋਂ ਬਗੈਰ ਜਾਂਦੇ ਨਹੀਂਗੇ। ਪਰ ਅਸੀਂ ਅੱਜ ਵਚਨ ਪੜਿਆ ਆ, ਵਚਨ ਵਿੱਚ ਪੜਿਆ ਕਿ ਯੀਸ਼ੂ ਮਸੀਹ ਨੂੰ ਭੁੱਖ ਲੱਗੀ ਜਦੋਂ ਬੈਤਨੀਆ ਤੋਂ ਬਾਹਰ। ਮੇ ਵੀ ਯੀਸ਼ੂ ਮਸੀਹ ਨੇ ਫਾਸਟ ਰੱਖਿਆ ਹੋਵੇਗਾ। ਇਹ ਹੋ ਨਹੀਂ ਸਕਦਾ ਕਿ ਲਾਜ਼ਰ ਦੇ ਘਰੋਂ, ਮਰੀਅਮ ਦੇ ਘਰੋਂ, ਮਾਰਥਾ ਦੇ ਘਰੋਂ ਯੀਸ਼ੂ ਮਸੀਹ ਭੁੱਖੇ ਆ ਜਾਣ। ਕਿਉਂਕਿ ਮਾਰਥਾ ਤੇ ਮਰੀਅਮ ਜਿਹੜੀ ਆ ਉਹ ਟਹਿਲ ਕਰਦੀਆਂ ਹੁੰਦੀਆਂ ਸੀ। ਜਦੋਂ ਯੀਸ਼ੂ ਮਸੀਹ ਆਂਦਾ ਸੀ ਤਾਂ ਉਹ ਟਹਿਲ ਕਰਦੀਆਂ ਹੁੰਦੀਆਂ ਸੀ। ਪਰ ਅਸੀਂ ਦੇਖਦੇ ਆ ਕਿ ਬੈਤਨੀਆ ਦੇ ਸ਼ਹਿਰ ਤੋਂ ਜਦੋਂ ਬਾਹਰ ਆਉਂਦੇ ਆ ਤਾਂ ਉਹਨਾਂ ਨੂੰ ਭੁੱਖ ਲੱਗਦੀ ਆ। ਇਸ ਕਲਾਮ ਤੋਂ ਸਾਨੂੰ ਇਹ ਪਤਾ ਲੱਗਦਾ ਆ ਕਿ ਯੀਸ਼ੂ ਮਸੀਹ ਇਨਸਾਨ ਸੀਗਾ। ਯੀਸ਼ੂ ਮਸੀਹ ਇਨਸਾਨ ਬਣ ਕੇ ਆਇਆ। ਯੀਸ਼ੂ ਮਸੀਹ ਪਰਮੇਸ਼ਰ ਸੀ, ਪਰ ਉਹ ਸਾਡੇ ਲਈ ਇਨਸਾਨ ਬਣ ਕੇ ਆ ਗਿਆ। ਉਸਨੂੰ ਭੁੱਖ ਲੱਗੀ। ਜਿਸ ਤਰ੍ਹਾਂ ਮੈਨੂੰ ਤੇ ਤੁਹਾਨੂੰ ਭੁੱਖ ਲੱਗਦੀ ਹੈ, ਇਸੇ ਤਰ੍ਹਾਂ ਯੀਸ਼ੂ ਮਸੀਹ ਨੂੰ ਭੁੱਖ ਲੱਗੀ। ਪਰ ਅਸੀਂ ਪਵਿੱਤਰ ਵਿੱਚ ਦੇਖਦੇ ਆ ਕਿ ਜਿੱਦਾਂ ਸਾਨੂੰ ਭੁੱਖ ਲੱਗਦੀ ਆ, ਸਾਨੂੰ ਦਰਦ ਹੁੰਦਾ ਆ, ਇਸੇ ਤਰ੍ਹਾਂ ਯੀਸ਼ੂ ਮਸੀਹ ਨੂੰ ਵੀ ਭੁੱਖ ਲੱਗੀ, ਦਰਦ ਹੋਈ, ਉਹ ਮਹਿਸੂਸ ਕਰਦੇ ਆ। ਕਿਉਂਕਿ ਉਹ ਸਾਡੇ ਲਈ ਇਨਸਾਨ ਦਾ ਰੂਪ ਬਣ ਕੇ ਆ ਗਏ, ਇਨਸਾਨ ਦਾ ਰੂਪ ਧਾਰ ਲਿਆ ਤਾਂ ਕਿ ਉਹ ਮਨੁੱਖ ਜਾਤੀ ਨੂੰ ਬਚਾ ਸਕੇ। ਪਰ ਇਸ ਸੰਸਾਰ ਦੇ ਵਿੱਚ ਉਹ ਆਏ ਜਦੋਂ, ਤਾਂ ਉਹਨਾਂ ਨੇ 40 ਦਿਨ ਦਾ ਰੋਜ਼ਾ ਰੱਖਿਆ। ਜਦੋਂ 40 ਦਿਨ ਦੇ ਰੋਜ਼ੇ ਰੱਖੇ ਤਾਂ ਯੀਸ਼ੂ ਮਸੀਹ ਨੂੰ ਸ਼ੈਤਾਨ ਅਜ਼ਮਾਉਣ ਦੇ ਲਈ ਆ ਗਿਆ। ਯੀਸ਼ੂ ਮਸੀਹ ਨੂੰ ਸ਼ੈਤਾਨ ਪਰਖਣ ਦੇ ਲਈ ਆ ਗਿਆ। ਉਸਨੇ ਕਿਹਾ ਕਿ ਕਿਉਂਕਿ ਯੀਸ਼ੂ ਮਸੀਹ ਨੂੰ ਭੁੱਖ ਲੱਗੀ। ਯੀਸ਼ੂ ਮਸੀਹ ਨੂੰ ਕਹਿੰਦਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਆ ਤਾਂ ਇਹਨਾਂ ਪੱਥਰਾਂ ਨੂੰ ਕਹਿ ਦੇ ਕਿ ਰੋਟੀ ਬਣ ਜਾਵੇ। ਸ਼ੈਤਾਨ ਜਿਹੜਾ ਆ ਪਰਮੇਸ਼ਰ ਦੇ ਪੁੱਤਰ ਨੂੰ, ਯੀਸ਼ੂ ਮਸੀਹ ਨੂੰ ਅਜ਼ਮਾਉਣ ਦੇ ਲਈ ਆ ਗਿਆ। ਸ਼ੈਤਾਨ ਜਿਹੜਾ ਆ ਯੀਸ਼ੂ ਮਸੀਹ ਨੂੰ ਹਰਾ
ना सकिया। क्यों? क्योंकि वो परमेश्वर दा पुत्र सीगा। इसी तरह ਸਮਾਂ ਜਦੋਂ ਸਾਡੀਆਂ ਜ਼ਿੰਦਗੀਆਂ ਵਿੱਚ ਆਉਂਦਾ ਆ, ਅਜ਼ਮਾਇਸ਼ ਦਾ ਆਉਂਦਾ ਆ, ਦੁੱਖਾਂ ਦਾ ਆਉਂਦਾ ਆ, ਪਰੇਸ਼ਾਨੀਆਂ ਦਾ ਆਉਂਦਾ ਆ, ਤਾਂ ਸ਼ੈਤਾਨ ਕੀ ਕਰਦਾ ਆ ਕਿ ਉਹ ਅਜ਼ਮਾਉਣ ਲਈ ਸਾਡੇ ਕੋਲ ਆ ਜਾਂਦਾ ਆ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਆ ਜਾਂਦਾ ਆ। ਜਿਸ ਤਰ੍ਹਾਂ ਯੀਸ਼ੂ ਮਸੀਹ ਨੂੰ ਅਜ਼ਮਾਉਣ ਦੇ ਲਈ ਆ ਗਿਆ, ਇਸੇ ਤਰ੍ਹਾਂ ਉਹ ਉਹਦੇ ਬੱਚਿਆਂ ਦੇ ਕੋਲ ਅਜ਼ਮਾਇਸ਼ ਜਦੋਂ ਆਉਂਦੀ ਆ ਤਾਂ ਉਹਨਾਂ ਨੂੰ ਪਰਖਣ ਦੇ ਲਈ ਆ ਜਾਂਦਾ। ਪਰ ਜਿਹੜਾ ਉਸ ਪਰਖ ਵਿੱਚੋਂ ਨਿਕਲ ਜਾਂਦਾ ਆ ਤਾਂ ਪਰਮੇਸ਼ਰ ਦੇ ਲਈ ਗਵਾਹੀ ਬਣ ਜਾਂਦੀ ਆ, ਪਰਮੇਸ਼ਰ ਦੇ ਲੋਕਾਂ ਦੇ ਲਈ ਉਹ ਟੈਸਟਮਨੀ ਬਣ ਜਾਂਦੀ ਆ। ਪਰ ਅਸੀਂ ਦੇਖਦੇ ਆ ਕਿ ਸ਼ੈਤਾਨ ਜਿਹੜਾ ਆ ਉਹ ਕੁਝ ਕਰ ਨਹੀਂ ਸਕਦਾ, ਤੁਹਾਨੂੰ ਅਜ਼ਮਾਇਸ਼ ਦੇ ਸਕਦਾ, ਪਰੇਸ਼ਾਨੀ ਦੇ ਸਕਦਾ। ਪਰ ਅਸੀਂ ਦੇਖਦੇ ਆ ਕਿ ਜਦੋਂ ਯੀਸ਼ੂ ਮਸੀਹ ਬੈਤਨੀਆਂ ਤੋਂ ਬਾਹਰ ਆਉਂਦੇ ਆ ਤਾਂ ਅੰਜੀਰ ਦੇ ਦਰਖਤ ਨੂੰ ਦੇਖਦੇ ਆ, ਅੰਜੀਰ ਦੇ ਦਰਖਤ ਨੂੰ ਦੇਖਦੇ ਆ। ਅੰਜੀਰ ਦਾ ਦਰਖਤ ਜਿਹੜਾ ਆ ਉਹ ਪੱਤਿਆਂ ਦੇ ਨਾਲ ਹਰਿਆ ਭਰਿਆ ਪਿਆ ਆ, ਪਰ ਜਦੋਂ ਯੀਸ਼ੂ ਮਸੀਹ ਉਸ ਦੇ ਕੋਲ ਜਾਂਦੇ ਆ ਤਾਂ ਉਸ ਨੂੰ ਫਲ ਨਹੀਂ ਮਿਲਦਾ, ਉਸਨੂੰ ਫਲ ਨਹੀਂ ਮਿਲਦਾ। ਰਸਤੇ ਵਿੱਚ ਅੰਜੀਰ ਦਾ ਦਰਖਤ ਆਉਂਦਾ ਆ, ਰਸਤੇ ਵਿੱਚ ਅੰਜੀਰ ਦੇ ਦਰਖਤ ਦੇ ਕੋਲ ਜਦੋਂ ਯੀਸ਼ੂ ਜਾਂਦੇ ਆ ਤਾਂ ਉਸਨੂੰ ਫਲ ਨਹੀਂ ਮਿਲਦਾ। ਇਸੇ ਤਰ੍ਹਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ, ਜੋ ਰਸਤੇ ਵਿੱਚ ਆਉਂਦਾ ਆ, ਜੋ ਵੀ ਯੀਸ਼ੂ ਮਸੀਹ ਦੇ ਰਸਤੇ ਵਿੱਚ ਆਏ ਆ, ਉਹ ਆਸ਼ੀਸ਼ ਤੇ ਬਰਕਤਾਂ ਲੈ ਕੇ ਗਏ ਆ। ਪਰ ਅਸੀਂ ਇਸ ਅੰਜੀਰ ਦੇ ਦਰਖਤ ਨੂੰ ਦੇਖਦੇ ਆ ਜੋ ਕਿ ਇਸਨੇ ਸਰਾਪ ਲਿਆ। ਜੋ ਵੀ ਯੀਸ਼ੂ ਮਸੀਹ ਦੇ ਰਸਤੇ 'ਚ ਆਏ ਆ ਉਹ ਬਰਕਤਾਂ ਤੇ ਆਸ਼ੀਸ਼ ਤੇ ਅੱਛੀ ਸਿਹਤ ਤੇ ਤੰਦਰੁਸਤੀ ਪਾ ਕੇ ਗਏ ਆ। ਅਸੀਂ ਪਵਿੱਤਰ ਸ਼ਾਸਤਰ ਦੇ ਵਿੱਚ ਦੇਖ ਲੈਂਦੇ ਆ, ਇੱਕ ਅੰਨਾ ਇਨਸਾਨ ਆ ਜੋ ਵਰਤਲਮਈ ਆ, ਉਹ ਅੰਨਾ ਆ, ਉਹ ਰਾਸਤੇ ਵਿੱਚ ਭੀਖ ਮੰਗ ਰਿਹਾ ਆ, ਰਾਸਤੇ ਵਿੱਚ ਉਹ ਭਿਖਾਰੀ ਦੀ ਤਰ੍ਹਾਂ ਅੰਨਾ ਆ, ਭਿਖਾਰੀ ਦੀ ਤਰ੍ਹਾਂ ਭੀਖ ਮੰਗ ਰਿਹਾ। ਪਰ ਜਦੋਂ ਯੀਸ਼ੂ ਦੇ ਰਸਤੇ ਵਿੱਚ ਦੀ ਉਹ ਬੈਠਾ ਆ, ਯੀਸ਼ੂ ਦੇ ਰਸਤੇ ਵਿੱਚ ਆ ਤਾਂ ਉਸ ਵਰਤਲਮਈ ਨੂੰ ਉਹ ਸਜਾਖਾ ਹੋ ਜਾਂਦਾ ਆ, ਉਹ ਆਸ਼ੀਸ਼ ਪਾ ਲੈਂਦਾ ਆ, ਉਹ ਬਰਕਤ ਪਾ ਲੈਂਦਾ ਆ, ਉਹ ਅੱਖਾਂ ਪਾ ਲੈਂਦਾ ਆ। ਪਰ ਅਸੀਂ ਪਵਿੱਤਰ ਸ਼ਾਸਤਰ ਦੇ ਵਿੱਚ ਦੇਖਦੇ ਆ, ਹੁਣ ਜਦੋਂ ਯੀਸ਼ੂ ਮਸੀਹ ਅੰਜੀਰ ਦੇ ਦਰਖਤ ਦੇ ਕੋਲ ਜਾਂਦਾ ਆ, ਉਹ ਪੱਤੇ ਜਿਹੜੇ ਆ ਉਹ ਹਰੇ ਭਰਿਆ ਟਰੀ ਆ, ਪਰ ਉਸਦੇ ਫਲ ਨਹੀਂ ਹੈ, ਉਸ ਉੱਤੇ ਦਰਖਤ ਉੱਤੇ ਫਲ ਨਹੀਂ ਹੈ। ਉਹ ਟਰੀ ਜਿਹੜਾ ਆ ਉਹ ਯੀਸ਼ੂ ਦੇ ਰਸਤੇ ਵਿੱਚ ਆਇਆ, ਯੀਸ਼ੂ ਮਸੀਹ ਦੇ ਰਸਤੇ ਵਿੱਚ ਆਇਆ, ਪਰ ਉਹ ਸਰਾਪੀ ਬਣ ਗਿਆ, ਉਹ ਸਰਾਪ ਵਾਲਾ ਬਣ ਗਿਆ। ਯੀਸ਼ੂ ਨੇ ਕਿਹਾ ਕਿ ਅੱਜ ਤੋਂ ਤੈਨੂੰ ਫਲ ਨਾ ਲੱਗੇ। ਕਿਉਂ? ਕਿਉਂਕਿ ਉਸ ਦਰਖਤ ਦੇ ਉੱਤੇ, ਉਸ ਅੰਜੀਰ ਦੇ ਪੇੜ ਦੇ ਉੱਤੇ ਸਿਰਫ ਪੱਤੇ ਹੀ ਪੱਤੇ ਸੀਗੇ, ਫਲ ਨਹੀਂ ਸੀਗਾ। ਇਸੇ ਤਰ੍ਹਾਂ ਬਹੁਤ ਲੋਕ ਆ ਜੋ ਕਹਿੰਦੇ ਆ ਕਿ ਅਸੀਂ ਆਤਮਿਕ ਆ। ਜਿਸ ਤਰ੍ਹਾਂ ਅੰਜੀਰ ਦਾ ਦਰਖਤ ਜਿਹੜਾ ਆ ਉਹ ਹਰਿਆ ਭਰਿਆ ਆ, ਉਹ ਦੇਖਣ ਨੂੰ ਬਹੁਤ ਹੀ ਹਰਿਆ ਭਰਿਆ। ਇਸੇ ਤਰ੍ਹਾਂ ਲੋਕ ਸਮਝਦੇ ਆ ਕਿ ਅਸੀਂ ਆਤਮਿਕ ਜ਼ਿੰਦਗੀ ਪਾ ਲਈ ਆ। ਲੋਕ ਕਹਿੰਦੇ ਆ ਕਿ ਅਸੀਂ ਆਪਣੇ ਖੁਦਾਵੰਦ ਨੂੰ ਪਾ ਲਿਆ ਆ, ਆਪਣੇ ਪਰਮੇਸ਼ਰ ਨੂੰ ਪਾ ਲਿਆ ਆ, ਅਸੀਂ ਪਵਿੱਤਰ ਆਤਮਾ। ਜਿੰਨਾ ਚਿਕਰ ਪਰਮੇਸ਼ਰ ਕਹਿੰਦਾ ਆ ਮੇਰੀ ਸਾਮਰਥ ਨਹੀਂ ਤੁਹਾਡੇ ਉੱਤੇ, ਮੇਰੀ ਪਵਿੱਤਰ ਆਤਮਾ ਨਹੀਂ ਤੁਹਾਡੇ ਉੱਤੇ, ਤੁਹਾਡਾ ਬੁੜਬੁੜਾਉਣਾ ਉਸ ਅੰਜੀਰ ਦੇ ਦਰਖਤ ਦੀ ਤਰ੍ਹਾਂ ਆ। ਲੋਕ ਦਿਖਾਉਂਦੇ ਆ ਕਿ ਅਸੀਂ ਆਤਮਿਕ ਜ਼ਿੰਦਗੀ ਜੀ ਰਹੇ ਆ, ਲੋਕ ਦਿਖਾਉਂਦੇ ਆ ਕਿ ਅਸੀਂ ਬਹੁਤ ਪ੍ਰਭੂ ਨੂੰ ਮੰਨਦੇ ਆ। ਪਰਮੇਸ਼ਰ ਦੇ ਪਵਿੱਤਰ ਸ਼ਾਸਤਰ ਵਿੱਚ ਕੀ ਲਿਖਿਆ ਆ? ਪਵਿੱਤਰ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਆ ਕਿ ਅਸੀਂ ਬਾਹਰ ਤੋਂ ਦਿਖਾਵਾ ਕਰਦੇ ਆ, ਅਸੀਂ ਬਾਹਰ ਤੋਂ ਦਿਖਾਵਾ ਕਰਦੇ ਆ, ਸਾਡੇ ਅੰਦਰ ਕੋਈ ਫਲ ਨਹੀਂਗਾ। ਸਾਡੇ ਅੰਦਰ ਅਸੀਂ ਲੋਕਾਂ ਨੂੰ ਦਿਖਾਉਂਦੇ ਆ ਕਿ ਅਸੀਂ ਬਹੁਤ ਪਰਮੇਸ਼ਰ ਨੂੰ ਮੰਨਦੇ ਆ, ਅਸੀਂ ਬੁੱਧੀਹੀਨ ਆ, ਅਸੀਂ ਗਿਆਨ ਵਾਲੇ ਆ, ਤਰਸਵਾਨ ਆ, ਅਸੀਂ ਬਹੁਤ ਪਰਮੇਸ਼ਰ ਦੇ ਵਿੱਚ ਆਤਮਾ ਦੇ ਵਿੱਚ ਭਰਪੂਰ ਆ। ਪਰ ਵਚਨ
ਆਤਮਾ ਆ, ਸਾਮਰਥ ਆ ਉਹਦੀ, ਤਾਂ ਤੁਸੀਂ ਸਾਰਾ ਕੁਝ ਕਰ ਸਕਦੇ ਆ। ਅਸੀਂ ਪਵਿੱਤਰ ਸ਼ਾਸਤਰ ਦੇ ਵਿੱਚ, ਅਸੀਂ ਨਿਊ ਟੈਸਟਾਮੈਂਟ 'ਚ ਜਦੋਂ ਅਸੀਂ ਰਸੂਲਾਂ ਦੇ ਕਰਤੱਵ ਚੈਪਟਰ 10 ਦੇ ਵਿੱਚ ਪੜ੍ਹਦੇ ਆ, ਇੱਕ ਇਨਸਾਨ ਬਾਰੇ ਦੇਖਦੇ ਆ। ਇੱਕ ਇਨਸਾਨ ਆ ਜੋ ਕਿ ਕੁਰਨੇਲੀਅਸ ਆ। ਕੁਰਨੇਲੀਅਸ ਜਿਹੜਾ ਇਨਸਾਨ ਆ ਉਹ ਧਰਮੀ ਬੰਦਾ ਆ, ਉਹ ਪਰਮੇਸ਼ਰ ਨੂੰ ਜਾਣਨ ਵਾਲਾ ਬੰਦਾ ਆ, ਉਹ ਪਰਮੇਸ਼ਰ ਦੀ ਪ੍ਰਾਰਥਨਾ ਕਰਨ ਵਾਲਾ ਬੰਦਾ ਆ। ਪਰਮੇਸ਼ਰ ਦੇ ਕੀ ਵਚਨ 'ਚ ਲਿਖਿਆ ਕਿ ਉਹ ਧਰਮੀ ਇਨਸਾਨ ਆ, ਪ੍ਰਾਰਥਨਾ ਕਰਨ ਵਾਲਾ ਆ, ਦੁਆ ਕਰਨ ਵਾਲਾ ਆਦਮੀ ਆ, ਚੰਗਾ ਆਦਮੀ ਆ। ਪਰ ਉਸ ਇਨਸਾਨ ਦੇ ਅੰਦਰ ਮੁਕਤੀ ਨਹੀਂ ਗੀ, ਉਸ ਇਨਸਾਨ ਦੇ ਅੰਦਰ ਉਧਾਰ ਨਹੀਂ ਗਾ। ਪਰਮੇਸ਼ਰ ਨੂੰ ਜਾਣਦਾ ਆ, ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਆ, ਪਰਮੇਸ਼ਰ ਲਈ ਉਹ ਲੋਕਾਂ ਦੇ ਲਈ ਉਹ ਧਰਮੀ ਬੰਦਾ ਆ, ਪਰ ਉਸ ਇਨਸਾਨ ਦੇ ਵਿੱਚ ਮੁਕਤੀ ਨਹੀਂ ਗਾ। ਇਸੇ ਤਰ੍ਹਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਆ ਕਿ ਕੁਰਨੇਲੀਅਸ, ਪਰ ਯਿਸੂ ਮਸੀਹ ਕੁਰਨੇਲੀਅਸ ਨੂੰ ਮਿਲਣ ਲਈ ਆਏ। ਉਹ ਕਿਸ ਤਰ੍ਹਾਂ ਮਿਲਣ ਲਈ ਆਏ? ਯਿਸੂ ਮਸੀਹ ਕੁਰਨੇਲੀਅਸ ਨੂੰ ਮਿਲਣ ਲਈ ਆਏ ਪਤਰਸ ਦੇ ਦੁਆਰਾ। ਜਦੋਂ ਪਤਰਸ ਦੇ ਦੁਆਰਾ ਪਰਮੇਸ਼ਰ ਨੂੰ ਪਾ ਲਿਆ ਕੁਰਨੇਲੀਅਸ ਨੇ, ਤਾਂ ਉਸ ਨੂੰ ਉਧਾਰ ਮਿਲਿਆ, ਉਸਨੇ ਬਪਤਿਸਮਾ ਲਿਆ। ਇਸੇ ਤਰ੍ਹਾਂ ਵਚਨ ਵਿੱਚ ਲਿਖਿਆ ਆ ਕਿ ਲੋਕ ਦਾਨ ਕਰਦੇ ਆ, ਲੋਕ ਕੀ ਕਰਦੇ ਆ? ਲੋਕ ਵਰਸ਼ਿਪ ਕਰਦੇ ਆ, ਵੱਡੀਆਂ ਵੱਡੀਆਂ ਪ੍ਰਾਰਥਨਾਵਾਂ ਕਰਦੇ ਆ। ਪਰਮੇਸ਼ਰ ਕਹਿੰਦਾ ਉਹਨਾਂ ਦੇ ਮਨ ਜਿਹੜੇ ਆ, ਉਹਨਾਂ ਦੇ ਹਿਰਦੇ ਜਿਹੜੇ, ਮਤੀ 15 ਦੇ ਵਿੱਚ ਲਿਖਿਆ, ਤੁਸੀਂ ਮੂੰਹ ਤੋਂ ਮੇਰਾ ਆਦਰ ਕਰਦੇ ਆ, ਮੂੰਹ ਤੋਂ ਪ੍ਰਸਤਿਸ਼ ਕਰਦੇ ਆ, ਪਰ ਤੁਹਾਡੇ ਦਿਲ ਜਿਹੜੇ ਆ ਕੋਹਾ ਦੂਰ ਆ, ਕੋਹਾ ਦੂਰ ਆ। ਇਸ ਤਰ੍ਹਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ, ਉਹ ਦਰਖਤ ਨੂੰ ਦੇਖਦਾ ਆ ਹਰਿਆ ਭਰਿਆ। ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਆ, ਉਹ ਆਪਣੇ ਆਪ ਨੂੰ ਹਰਿਆ ਭਰਿਆ ਮਹਿਸੂਸ ਕਰਦਾ ਆ ਕਿ ਮੈਂ ਹਰਿਆ ਭਰਿਆ ਆ, ਪਰ ਅੰਦਰ ਫਲ ਨਹੀਂਗਾ, ਮਾਫੀ ਦਾ ਫਲ ਨਹੀਂ, ਪਵਿੱਤਰ ਆਤਮਾ ਦਾ ਫਲ ਨਹੀਂ, ਉਧਾਰ ਦਾ ਫਲ ਨਹੀਂ। ਪਰਮੇਸ਼ਰ ਦਾ ਵਚਨ ਕਹਿੰਦਾ ਆ ਜਦੋਂ ਉਸ ਸਮੇਂ ਦੇ ਵਿੱਚ, ਜਦੋਂ ਯਿਸੂ ਮਸੀਹ ਸੀ, ਉਸ ਸਮੇਂ ਦੇ ਵਿੱਚ ਜੋ ਫੱਕੀ ਫਰੀਸੀ ਲੋਕ ਹੁੰਦੇ ਸੀ, ਉਹ ਆਪਣੇ ਆਪ ਨੂੰ ਧਰਮੀ ਸਮਝਦੇ ਹੁੰਦੇ ਸੀ, ਦਿਖਾਵਾ ਕਰਦੇ ਕਿ ਅਸੀਂ ਧਰਮੀ ਲੋਕ ਆ, ਸਾਡੇ ਜਿੰਨਾ ਕੋਈ ਧਰਮੀ ਲੋਕ ਨਹੀਂ। ਪਰ ਵਚਨ ਵਿੱਚ ਲਿਖਿਆ ਆ, ਪਵਿੱਤਰ ਸ਼ਾਸਤਰ ਦੇ ਵਿੱਚ ਯਿਸੂ ਮਸੀਹ ਉਹਨਾਂ ਨੂੰ ਕਹਿੰਦੇ ਆ, ਮਤੀ 23 ਦੇ ਵਿੱਚ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਉਹਨਾਂ ਫਰੀਸੀ ਲੋਕ ਜਿਹੜੇ ਆ, ਤੁਸੀਂ ਉਹਨਾਂ ਕਬਰਾਂ ਦੀ ਤਰ੍ਹਾਂ ਆ, ਜਿਹੜੀਆਂ ਬਾਹਰ ਤੋਂ ਬਹੁਤ ਸੁੰਦਰ ਦਿਸਦੀਆਂ ਆ, ਬਾਹਰ ਤੋਂ ਉਹ ਸੋਹਣੀਆਂ ਦਿਸਦੀਆਂ, ਪਰ ਅੰਦਰ ਉਹਨਾਂ ਦੇ ਸੜਿਆਨ ਆ, ਅੰਦਰ ਉਹਨਾਂ ਦੇ ਮੁਰਦੇ ਦੱਬੇ ਹੋਏ ਆ, ਅੰਦਰ ਉਹਨਾਂ ਤੋਂ ਬਦਬੂ ਆਉਂਦੀ ਆ। ਯਿਸੂ ਮਸੀਹ ਫੱਕੀ ਫਰੀਸੀਆਂ ਨੂੰ ਇਸ ਤਰ੍ਹਾਂ ਕਹਿ ਰਹੇ ਆ। ਯਿਸੂ ਮਸੀਹ ਚਾਹੁੰਦੇ ਆ ਕਿ ਅਸੀਂ ਹਰੇ ਭਰੇ ਹੋਈਏ, ਅਸੀਂ ਉਹ ਹਰੇ ਭਰੇ ਹੋਈਏ, ਸਾਡੀ ਜ਼ਿੰਦਗੀ ਜਿਹੜੀ ਆ ਕਿ ਆਤਮਾ ਵਿੱਚ ਫਲ ਹੈ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਫਲ ਹੈ, ਉਧਾਰ ਦਾ ਫਲ ਹੈ, ਪਵਿੱਤਰ ਆਤਮਾ ਦਾ ਫਲ ਹੈ, ਮਾਫੀ ਦਾ ਫਲ ਹੈ, ਕਿ ਅਸੀਂ ਆਪਣੇ ਖੁਦਾਵੰ ਨੂੰ ਰੂਹ ਔਰ ਸੱਚਾਈ ਦੇ ਨਾਲ ਉਸ ਦੀ ਇਬਾਦਤ ਕਰਦੇ ਆ। ਜੇ ਅਸੀਂ ਰੂਹ ਔਰ ਸੱਚਾਈ ਦੇ ਨਾਲ ਉਸ ਖੁਦਾਵੰ ਦੀ ਇਬਾਦਤ ਕਰਦੇ ਆ, ਤਾਂ ਪਰਮੇਸ਼ਰ ਕਹਿੰਦਾ ਤੁਹਾਡੇ 'ਚ ਮੇਰੀ ਪਵਿੱਤਰਤਾ ਆ, ਤੁਹਾਡੇ 'ਚ ਮੇਰਾ ਅਨੁਗ੍ਰਹ ਆ, ਤੁਹਾਡੇ 'ਚ ਮੇਰੀ ਸਾਮਰਥ ਆ। कुरनेलियस धर्मी इंसान सी। कुरनेलियस जो दुआ प्रार्थना करने वाला इंसान सी, उस विच सब खूबियां सी, पर वो कहता कुरनेलियस मुक्ति नहीं सी, कुरनेलियस को उधार नहीं सी, कुरनेलियस को जो पतरस दे राही परमेश्वर ने उसके अंदर आत्मक जिंदगी पा दी, उधार पा दिता। कि अज साडियां जिंदगियां उस अंजीर दे दरखत की तरह आ, जो बाहर तो देखण नूं खूबसूरत आ, बाहर तो देखण नूं इन्ना खूबसूरत आ कि लोग उस तो प्रसन्न होने, पर जदों असीं कोल जाने आ, जदों असीं कोल जाके देखते आ, तो उस दरखत दे उत्ते फल नहीं। यीशु ने देखिया कि दरखत दे उत्ते फल नहीं। फकी फरीसियां नूं यीशु कहंदे आ कि तुसी उन्हां कब्रां दी तरह आ, बाहर तो तुसी बहुत पहरावा चिट्टा पाया होया आ, बाहर तो तुसी वड्डियां
ਯਿਸੂ ਮਸੀਹ ਨੂੰ। ਸਾਡੇ ਟੁੱਟੇ ਹੋਏ ਦਿਲ ਚਾਹੀਦੇ ਆ, ਸਾਡੇ ਟੁੱਟੇ ਹੋਏ ਦਿਲ ਚਾਹੀਦੇ ਆ ਜਿਸ ਵਿੱਚ ਫਲ ਹੋਵੇ। ਉਹ ਫਲ ਤਾਂ ਆ ਸਕਦਾ ਜਦੋਂ ਅਸੀਂ ਆਪਣੀ ਖੁਦਾਵੰਦ ਨੂੰ ਰੂਹ ਔਰ ਸੱਚਾਈ ਦੇ ਨਾਲ ਜਦੋਂ ਦੀ ਇਬਾਦਤ ਕਰਾਂਗੇ। ਜਦੋਂ ਰੂਹ ਔਰ ਸੱਚਾਈ ਦੇ ਨਾਲ ਇਬਾਦਤ ਕਰਾਂਗੇ ਤਾਂ ਫਿਰ ਮਰਕਜ਼ ਦੀ ਅੰਜੀਲ 11 ਦੇ ਚੈਪਟਰ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ 20 ਦੇ ਵਿੱਚ ਯਿਸੂ ਮਸੀਹ ਨੂੰ ਪਤਰਸ ਕਹਿੰਦਾ ਕਿ ਯਿਸੂ ਜਦੋਂ ਤੂੰ ਕੱਲ ਸ਼ਰਾਪ ਦਿੱਤਾ ਸੀ ਇਹ ਦਰਖਤ ਸੁੱਕ ਗਿਆ ਆ, ਇਹ ਦਰਖਤ ਜਿਹੜਾ ਸੁੱਕ ਗਿਆ ਆ ਜਿਸ ਨੂੰ ਤੂੰ ਸ਼ਰਾਪ ਦਿੱਤਾ ਸੀ। ਪਰ ਯਿਸੂ ਮਸੀਹ ਕੀ ਕਹਿੰਦੇ? ਪਤਰਸ ਕਹਿੰਦਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਹ ਕਿਸ ਤਰ੍ਹਾਂ ਹੋ ਸਕਦਾ ਕਿ ਇਹ ਦਰਖਤ ਕੱਲ ਤੂੰ ਸ਼ਰਾਪ ਦਿੱਤਾ ਅੱਜ ਸੜ ਗਿਆ ਆ, ਸੁੱਕ ਗਿਆ ਆ? ਇਹ ਕਿਸ ਤਰ੍ਹਾਂ ਹੋ ਸਕਦਾ? ਪਵਿੱਤਰ ਸ਼ਾਸਤਰ ਦੇ ਵਿੱਚ ਲਿਖਿਆ ਯਿਸੂ ਮਸੀਹ ਪਤਰਸ ਨੂੰ ਕਹਿੰਦਾ ਪਤਰਸ ਸਭ ਕੁਝ ਹੋ ਸਕਦਾ ਜੇ ਤੂੰ ਵਿਸ਼ਵਾਸ ਕਰੇ, ਜੇ ਤੂੰ ਈਮਾਨ ਰੱਖੇ ਤਾਂ ਸਭ ਕੁਝ ਹੋ ਸਕਦਾ। ਜੇ ਤੂੰ ਕਹੇ ਕਿ ਪਹਾੜ ਜਿਹੜਾ ਸਮੁੰਦਰ 'ਚ ਡਿੱਗ ਜਾਏ ਤਾਂ ਉਹ ਸਮੁੰਦਰ 'ਚ ਡਿੱਗ ਜਾਏਗਾ। ਸਭ ਕੁਝ ਹੋ ਸਕਦਾ ਆ। ਕਿਉਂਕਿ ਮੈਂ ਤੇਰੀ ਆਵਾਜ਼ ਦੇ ਵਿੱਚ ਸਾਮਰਥ ਪਾ ਦਵਾਂਗਾ, ਤੇਰੀ ਆਵਾਜ਼ ਦੇ ਵਿੱਚ ਮੈਂ ਤਾਕਤ ਪਾ ਦਵਾਂਗਾ। ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰ ਸਕਦੇ ਆ। ਪਤਰਸ ਇਹ ਮੈਂ ਨਹੀਂ ਕਿ ਮੈਂ ਇਸ ਰੁੱਖ ਨੂੰ ਕਹਿ ਦਿੱਤਾ ਆ ਤੇ ਇਹ ਸੁੱਕ ਗਿਆ। ਜੇ ਤੂੰ ਕਹਿ ਦਊਂਗਾ, ਜੇ ਤੂੰ ਵਿਸ਼ਵਾਸ ਕਰੇਗਾ, ਜੇ ਤੂੰ ਮੇਰੇ ਤੇ ਈਮਾਨ ਰੱਖੇਗਾ, ਜੇ ਤੂੰ ਮੇਰੇ ਤੇ ਭਰੋਸਾ ਰੱਖੇਗਾ ਤਾਂ ਇਸ ਸਮੁੰਦਰ, ਇਸ ਪਹਾੜ ਨੂੰ ਕਹੇਗਾ ਕਿ ਸਮੁੰਦਰ 'ਚ ਡਿੱਗ ਜਾ ਤੇ ਸਮੁੰਦਰ 'ਚ ਡਿੱਗ ਜਾਊਗਾ। ਮੈਂ ਤੇਰੇ ਮੂੰਹ ਦੇ ਵਿੱਚ ਪਾਵਰ ਪਾ ਦਵਾਂਗਾ, ਮੈਂ ਤੇਰੇ ਮੂੰਹ ਦੇ ਵਿੱਚ ਸਾਮਰਥ ਪਾ ਦਵਾਂਗਾ। ਤੂੰ ਸਭ ਕੁਝ ਕਰ ਸਕਦਾ। आज यीशु मसीह सानू कह रहे आ, आज यीशु मसीह कह रहे जो मेरे वचन नू लै लैंदा आ मैं उहदे मूँह दे विच सामर्थ पा दूंगा। जो मेरे कलाम नू लै लैंदा आ मैं उहदे मूँह दे विच अपनी ताकत पा दवांगा। जो मेरे वचनां नू लै लैंदा आ मैं उहदी ताकत नू इस तरह बधा दवांगा कि तुसीं मेरे तो भी वड्डे वड्डे काम करांगे। आज वर्शिप दा गीत गाया यहोवा मेरा बादशाह ओ करदा भला है सदा। सचमुच ओ साडा बादशाह आ, साडा राजाओं का राजा आ, साडा प्रभुओं का प्रभु आ। ओ कहंदा मैं ओ खुदावंद आ, मैं जमीन और आसमान नू बनाया। मैं ओ खुदावंद आ जो धरती में डोल सीगी, इस उत्ते कुछ भी नहीं सी। मैं अपनी आवाज दे नाल बंजर जमीन नू, धरती नू जो बेडोल सीगी उसनू कहा कि पानी अलग हो जा तो पानी अलग हो गया। मैं सूरज नू कहा कि सूरज हो जा। तारे बन के आसमान ते चंद बन के। सूरज नू कहा दिन ते राज कर और रात नू चंद्रमा नू कहा कि रात ते राज कर और सूरज नू कहा दिन ते राज कर। उसदे वचनां दे विच संपूर्णता आ, ਉਹਦੇ ਵਚਨਾਂ ਦੇ ਵਿੱਚ ਸਾਮਰਥ ਆ, ਉਹਦੇ ਵਚਨਾਂ ਦੇ ਵਿੱਚ ਹੀ ਪਾਵਰ ਆ। ਉਹ ਪਾਵਰ ਜਿਹੜੀ ਆ ਯਿਸੂ ਮਸੀਹ ਕਹਿੰਦਾ ਮੈਂ ਤੁਹਾਨੂੰ ਦਿੱਤੀ ਹੋਈ ਆ। ਤੁਹਾਡੇ ਮੂੰਹ ਦੇ ਰਾਹੀਂ ਮੈਂ ਸਾਮਰਥ ਭਰੀ ਹੋਈ ਆ, ਤੁਹਾਡੇ ਮੂੰਹ ਦੇ ਵਿੱਚ ਮੈਂ ਪਾਵਰ ਭਰੀ ਹੋਈ ਆ। ਜਿਹੜਾ ਮੇਰੇ ਵਚਨਾਂ ਨੂੰ ਲੈ ਲੈਂਦਾ ਆ, ਜਿਹੜਾ ਮੇਰੇ ਵਚਨਾਂ ਨੂੰ ਮੰਨ ਲੈਂਦਾ ਆ, ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਆ ਉਹ ਵੱਡੇ ਵੱਡੇ ਕੰਮ ਕਰੇਗਾ। पतरस इतना कुछ भी नहीं गा, इतना कुछ भी नहीं गा। परमेश्वर साडियां जिंदगियां तो ही चाहता है कि असी हरे भरे रहिए उस अंजीर दे दरखत की तरह नहीं जो देखण नू खूबसूरत आ, देखण नू चंगा आ। परमेश्वर चाहता है कि असी हरे भरे रहिए, साडे विच फल होवे, फ्रूट होण, प्यार होवे, मुहब्बत होवे, साडे विच आत्मिक जिंदगी दे विच फल होण।
क्यों? क्योंकि परमेश्वर कहता मैं तुहाडे दिलां नूं गुरदियां नूं जांचण वाला तुहाडा बादशाह है, राजाओं का राजा है, प्रभुओं का प्रभु है। मेरे रस्ते दे विच ओ अन्ना आया जो बखारी सीगा, ओ सजाका हो गया। मेरे रस्ते दे विच अंजीर दा दरखत आया तो उसने शराब ले लिया। मेरे रस्ते दे विच जो आंदा आया मैं उन्होंने बरकतां देना आया। उस बरतुल मैं दी तरह जो भिखारी सीगा, अज परमेश्वर कहंदा मैं तुहाडे कोल दी आ रहा आ, मैं तुहाडे नजदीक आ रहा, तुहाडे कोल दी आ रहा आ। कि मैं जदों तुहाडे कोल दी आवां तां मैं की तुहाडीआं जिंदगियां दे विच पत्ते ही पत्ते देखा। मैं बैतनिया तो जदों आया मैनू भुख लगी, मैं उस हरे भरे दरखत नूं देखिया जिस ऊपर कुछ नहीं सी। अज वो कहंदा मैं तुहाडे नजदीक आ रहा, मैं तुहाडे कोल आ रहा आ। अज तुसी भावें देखण नूं हरे भरे लगदे होंगे, अज भावें तुसी दुआ प्रार्थना करने वाले होंगे, अज तुसी दान देने वाले होंगे, अज तुसी देखण नूं चंगे लगदे होंगे। जब मैं तुहाडे कोल आऊंगा कि तुहाडीआं जिंदगियां दे विच फ्रूट है, कि तुहाडीआं जिंदगियां दे विच जो मैं चाहुंदा आ फ्रूट है। जे फ्रूट है तां असीं बरकत दे कारण बन जावांगे। परमेश्वर कहंदा आ जेड़ा मेरे कोल आंदा आ मैनू आशीष ते बरकत देवांगा। पर जदों यीशु साडे कोल चल के आंदा उस 38 साल दी तरह जो चल नहीं सकता, फिर नहीं सकता, तुर नहीं सकता, खा नहीं सकता, रोटी दे टुकड़े तो मुहताज आ, पानी दे गिलास तो मुहताज आ, ओ तरसदा आ चीज़ां खाण नूं, ओ चल के ओदे कोल आंदा आ। जदों चल के ओदे कोल आंदा आ तां परमेश्वर कहंदा कि तू चंगा होना चाहुंदा आ। कहंदा मेरा कोई नहीं, जेड़ा कोई नहीं ओ कहंदा मैं ओदा सहारा बन जाना, मैं ओनू बल दे दिंदा, मैं ओनू ताकत दे दिंदा और मैं अपनी सामर्थ नाल भर दिंदा आ। पतरस कहंदा ये किस तरह हो सकता? कहंदा मैं सब कुछ कर सकता। उस 38 साल दे नूं अज असीं देख लईए कि दो बिका बीमार हो जावे, मीना बीमार हो जावे, इंसान सहारे दे नाल तुरदा आ। पर यीशु मसीह दे पुत्र ने कहा उठ अपनी मंजिल चुक ते घर नूं चले जा। जो 38 साल दा इंसान आ, जो चल नहीं सकदा, फिर नहीं सकदा, ओदियां लत्तां दे विच पावर भर दित्ती, वो अपना मंजा चुक के ते घर नूं चला गया। हालेलुया। साडा खुदावंद भला खुदावंद आ, ओ कहंदा मैं तुहाडे कोल आना आ, तुहाडे कोल आंदा आ कि तुहाडीआं जिंदगियां दे विच हराई पानिया, कि तुहाडीआं जिंदगियां दे विच फल है। जे साडीआं जिंदगियां विच फल है तो ओ प्रसन्न हुंदा आ, खुश हुंदा आ कि मेरे बच्चों दे कोल फ्रूट आ, फलवंत आ, ताकतवर आ। ओ कहंदा आ कि तुहाडे मुंह दे विच मैं सामर्थ पा दूंगा। अज असीं अपनी जिंदगियां दे विच देखिए कि साडियां जिंदगियां दे विच फ्रूट है जो यीशु साडियां जिंदगियां विच देखना चाहुंदा आ। वो साडे कोल जदों आवे तां साडी जिंदगी नूं देख के खुश होवे, प्रसन्न होवे कि ये सचमुच रूह सच्चाई दे नाल इबादत करदे आ, रूह सच्चाई दे नाल मेरी बंदगी करदी आ। परमेश्वर साडे को कुछ नहीं चाहुंदा, परमेश्वर साडे को धन दौलत नहीं चाहुंदा, क्योंकि ओदा दित्ता होया आ, ओदियां दित्तियां होईयां बरकतां आ। मैं नहीं कहती कि तुसी ऑफरिंग ना लेके आओ, परमेश्वर दे वचन च लिखिया होया है कि तुसी अपने दिसौंज लेके आओ। जे तुसी दिसौंज लेके आओगे आसमान दे मैं झरोखे खोल दूंगा। पर परमेश्वर कहंदा मैनू तुहाडे होठां दी कुर्बानी चाहिदी आ, दिल तो
अपनी आत्मा ਨੂੰ ਤੁਹਾਡੇ ਅੰਦਰ ਪਾ ਦਵਾਂਗਾ और बरकत ते आशीष दे दवांगा। आइए सब खड़े होइए और अपने खुदावन ਨੂੰ कहिए कि खुदावन मेरे मुंह दे विचों बोल पा जिस विचों प्रभु जी मैं तेरे नाम ਨੂੰ जलाल दिंदी रवां और मैं अपने परमेश्वर ਨੂੰ जलाल दिंदा रवां क्योंकि परमेश्वर जब तू मेरे कोल आवे तां उस अंजीर दे दरखत दी तरह ना होइए जो हरिया भरिया दिखाई दे रहा हरिया भरिया दिस रहा पर उस विच फ्रूट नहीं है। हे प्रभु तू मेरी जिंदगी दे विच फ्रूट पैदा कर ताकि प्रभु जी लोग जानन कि मैं तेरा बच्चा आ तेरी दासी आ तेरा बच्चा कहलाउण दे लायक बन जावां। पिता परमेश्वर तू ਜਦੋਂ ਸਾਡੀਆਂ ਜ਼ਿੰਦਗੀਆਂ ਦੇ ਕੋਲ ਆਵੇ ਸਾਡੀਆਂ ਜ਼ਿੰਦਗੀਆਂ ਦੇ ਕੋਲ ਦੀ ਲੰਘੇ ਔਰ ਤੂੰ ਸਾਡੀ ਵੱਲ ਦੇਖ ਕੇ ਪ੍ਰਸੰਨ ਹੋਵੇ। ਪਰਮੇਸ਼ਰ ਕਹਿੰਦਾ ਆ ਜਿਹੜਾ ਮੈਨੂੰ ਪੁਕਾਰਦਾ ਆ मैं उस जगह ते आ जाता है। परमेश्वर के नाम में जलाल दिए क्योंकि वो भला खुदा